ਕਿਸੇ ਵੀ ਭਰਮ ਦੇ ਵਿੱਚ, ਕਿਸੇ ਵੀ ਭੁਲਾਵੇ 'ਚ, ਕਿਸੇ ਦੇ ਵੀ ਅਖਾਵੇ ਦੇ ਵਿੱਚ ਆ ਕੇ ਆਪਣੇ ਮਤ ਦਾ ਪ੍ਰਯੋਗ ਨਾ ਕਰਨ। ਤੋਲ ਮੋਲ ਕੇ ਪੂਰਾ ਬੈਲੈਂਸ ਕਰਕੇ ਕਿ ਉਹਨਾਂ ਦੇ ਹਿੱਤ 'ਚ, ਇੰਡਸਟਰੀ ਦੇ ਹਿੱਤ ਦੇ ਵਿੱਚ, ਐਸੋਸੀਏਸ਼ਨ ਦੇ ਹਿੱਤ ਦੇ ਵਿੱਚ ਕਿਹੜੇ ਕੈਂਡੀਡੇਟ ਸਹੀ ਸਾਬਤ ਹੋ ਸਕਦੇ ਨੇ, ਉਹ ਸੋਚ ਕੇ ਦੇਖ ਕੇ ਹੀ ਆਪਣੀ ਵੋਟ ਪਾਈ ਦਾ ਇਸਤੇਮਾਲ ਕਰਨ। ਵੋਟ ਮੈਂ ਗੱਲ ਕਰ ਰਿਹਾ ਕਿ ਅਵਤਾਰ ਸਿੰਘ ਭੋਗਲ ਜੀ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਇੰਡਸਟਰੀ ਨੂੰ। ਉਹਨਾਂ ਨੇ ਕਦੀ ਰਿਪਰੈਜ਼ੈਂਟ ਨਹੀਂ ਕੀਤਾ, ਕਦੀ ਉਹ ਕਿਸੇ ਦਫ਼ਤਰਾਂ 'ਚ ਨਹੀਂ ਗਏ, ਕਦੀ ਉਹਨਾਂ ਨੇ ਕੋਈ ਮੈਂਬਰਾਂ ਦੇ ਕੰਮ ਨਹੀਂ ਕਰਾਏ ਜਾ ਕੇ ਦਫ਼ਤਰਾਂ ਦੇ ਵਿੱਚ। ਮੈਂ ਵੀ ਕਾਫੀ ਐਕਟਿਵ ਰਹਿੰਦਾ, ਮੈਂ ਤਾਂ ਦੇਖਿਆ ਨਹੀਂ ਉਹਨਾਂ ਨੂੰ। ਯੈਸ, ਉਹ ਆਪਣੀ ਇੱਕ ਚੌਧਰਾਹਟ ਜ਼ਰੂਰ ਰੱਖਦੇ ਨੇ ਕਿ ਵੀ ਮੇਰਾ ਚਿਹਰਾ ਹਰ ਸਮੇਂ ਸਾਹਮਣੇ ਹੋਵੇ। ਕੰਮ ਕੀ ਕੀਤਾ, ਡਿਬੇਟ ਕਰਾ ਦਿਓ ਉਹਨਾਂ ਨਾਲ, ਆਮਣੇ ਸਾਹਮਣੇ ਬਿਠਾ ਦਿਓ ਸੰਦੀਪ ਜੀ। ਜਿਹੜਾ ਹੁਣ ਉਹ 5ਵੀਂ ਵਾਰ 'ਚ ਖੜਨਾ ਚਾਹੁੰਦੇ, ਲੋਕੀ ਤਾਂ ਇਹ ਵੀ ਕਹਿੰਦੇ ਮੈਂਬਰ ਜਾਂ ਆਪੋਜੀਸ਼ਨ ਗਰੁੱਪ ਕਿ ਚਾਵਲਾ ਸਾਹਿਬ ਇੱਕ ਮਹੱਤਵਾਕਾਂਸ਼ੀ ਹੈ। ਉਹ ਸੋਚਦੇ ਕਿ ਜਦ ਤੱਕ ਮੈਂ ਰਵਾਂ ਮੈਂ ਹੀ ਪ੍ਰਧਾਨ ਬਣਾ, ਹੋਰ ਕੋਈ ਬੰਦਾ ਹੀ ਨਹੀਂ ਚਾਹੀਦਾ। ਦੇਖੋ, ਕਲੇਮ ਕਰਨਾ ਬਹੁਤ ਆਸਾਨ ਹੈ, ਪ੍ਰੈਕਟੀਕਲੀ ਉਹਨੂੰ ਪ੍ਰੂਵ ਕਰਨ ਕਿ ਉਹਨਾਂ ਨੇ ਕੀ ਕੰਮ ਕੀਤਾ ਹੈ, ਉਹ ਦੱਸਣ ਮੈਂਬਰਾਂ ਨੂੰ। ਜਿੱਥੇ ਤੱਕ ਇਹ ਵੀ ਕਿਹਾ ਕਿ ਖੁਦ ਤੁਹਾਡੇ ਫਾਦਰ ਸਾਹਿਬ ਨਾਲ ਵੀ ਜਦੋਂ ਪਹਿਲੀ ਵਾਰ ਰਹੇ ਸੀ ਤੇ ਫਾਦਰ ਸਾਹਿਬ ਨੇ ਵੀ ਉਹਨਾਂ ਦੇ ਇੱਕ ਵਾਰੀ ਇੱਦਾਂ ਦੇ ਉਹਨਾਂ ਨੇ ਕੋਈ ਚੀਜ਼ ਕੀਤੀ ਸੀ ਕਿ ਤੁਹਾਡੇ ਫਾਦਰ ਸਾਹਿਬ ਨੇ ਵੀ ਇੱਕ ਵਾਰੀ ਉਹਨਾਂ 'ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਹੱਥ ਚੱਕਣ ਵਾਲੀ ਤਾਂ ਕਦੇ ਨੌਬਤ ਨਹੀਂ ਆਈ, ਨਾ ਮੈਂ ਸੁਣਿਆ ਤੇ ਨਾ ਮੈਨੂੰ ਯਾਦ ਹੈ। ਜਨ ਹਿਤੈਸ਼ੀ ਜਨ ਜਨ की बात। जन हितैषी देख रहे दर्शकों का स्वागत है जन जन की बात जन हितैषी के साथ। दोस्तों, मैं संदीप शर्मा एक बार फिर तुहाडे नाल रूबरू हो रहे हैं। तो अज का जिहड़ा साडा टॉपिक है यूनाइटेड साइकिल पार्ट्स के इलैक्शन। जी हाँ, यूनाइटेड साइकिल पार्ट 'ਚ गहमा गहमी चल रही है, मीटिंगां ਦਾ ਦੌਰ ਚੱਲ ਰਿਹਾ ਔਰ ਇਹ ਸਾਰਿਆਂ ਦੇ ਵਿੱਚ ਜਿਹੜੇ ਹੈਗੇ ਹੈ ਮੈਂਬਰਸ ਨੂੰ ਫੁੱਲ ਫਲੈਜ ਦੋਨੋਂ ਪਾਰਟੀਆਂ ਵੱਲੋਂ ਆਪਣਾ ਆਪਣਾ ਵਿਜ਼ਨ ਦੱਸਿਆ ਜਾ ਰਿਹਾ ਹੈ, ਆਪਣਾ ਜਿਹੜਾ ਇਲੈਕਸ਼ਨ ਦਾ ਮੈਨੀਫੈਸਟੋ ਦੱਸਿਆ ਜਾ ਰਿਹਾ ਹੈ। ਇਹ ਸਾਰਿਆਂ ਦੇ ਵਿੱਚ ਮੈਨੀਫੈਸਟੋ ਦੱਸਣ ਦੇ ਵਿੱਚ, ਅਪਰੋਚ ਕਰਨ ਦੇ ਵਿੱਚ, ਪ੍ਰਲੋਭਨ ਦੱਸੇ ਜਾਣ ਦੇ ਵਿੱਚ ਅਸੀਂ ਫਿਰ ਵੀ ਮੈਂਬਰਾਂ ਦੀ ਵੀ ਰਾਏ ਜਾਣ ਰਹੇ ਹਾਂ ਕਿ ਮੈਂਬਰ, ਇੱਕ ਆਮ ਮੈਂਬਰ ਕੀ ਸੋਚਦਾ ਹੈ ਐਸੋਸੀਏਸ਼ਨ ਬਾਰੇ। ਸੋ ਅੱਜ ਅਸੀਂ ਗੱਲਬਾਤ ਕਰਦੇ ਹਾਂ ਐਸੋਸੀਏਸ਼ਨ ਦੇ ਇੱਕ ਪ੍ਰੋਮੀਨੈਂਟ ਮੈਂਬਰ ਜਿਹੜੇ ਕਿ ਰਾਜਨ ਗੁਪਤਾ ਜੀ ਹੈਗੇ ਆ। ਇਹਨਾਂ ਦੇ ਫਾਦਰ ਸਾਹਿਬ ਸ਼੍ਰੀ ਜੋਗਿੰਦਰ ਕੁਮਾਰ ਜੀ ਨੇ ਕਾफ़ी ਦੇਰ ਇਸ ਜਿਹੜੀ ਹੈਗੀ ਹੈ ਐਸੋਸੀਏਸ਼ਨ ਦੀ ਇੱਕ ਲੀਡਰਸ਼ਿਪ ਵੀ ਕੀਤੀ ਹੈ ਔਰ ਬਹੁਤ ਸਾਰੀ ਲੜਾਈਆਂ ਵੀ ਲੜੀਆਂ। ਸੋ ਸੋਚਦੇ ਹਾਂ, ਜਾਣਦੇ ਕਿ ਅੱਜ ਇਹ ਕੀ ਸੋਚਦੇ ਐਸੋਸੀਏਸ਼ਨ ਬਾਰੇ। ਨਮਸਕਾਰ ਸਰ। ਜਨ ਹਿਤੈਸ਼ੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ, ਸਤਿ ਸ਼੍ਰੀ ਅਕਾਲ। ਸੰਦੀਪ ਜੀ, ਮੈਂ ਜਨ ਹਿਤੈਸ਼ੀ ਦੇ ਦਰਸ਼ਕਾਂ ਨੂੰ ਖਾਸ ਤੌਰ 'ਤੇ ਜਿਹੜੇ ਸਾਡੀ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਮੈਂਬਰਸ ਨੇ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਉਹ ਆਪਣੇ ਮਤ ਦਾ, ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਤਾਂ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਤੋਂ ਪਹਿਲਾਂ ਉਹ ਇੱਕ ਕੰਪੈਰੀਜ਼ਨ ਜ਼ਰੂਰ ਕਰਨ ਟੀਮਾਂ ਦੇ ਵਿੱਚ, ਕੈਂਡੀਡੇਟਾਂ ਦੇ ਵਿੱਚ। ਕਿਸੇ ਵੀ ਜਾਤੀਵਾਦ, ਧਰਮ ਤੋਂ ਹਟ ਕੇ, ਉਸ ਤੋਂ ਉੱਪਰ ਉੱਠ ਕੇ ਇੰਡਸਟਰੀ ਦੇ ਹਿੱਤ ਦੇ ਵਿੱਚ ਕੀ ਹੈ, ਕਿਹੜਾ ਕੈਂਡੀਡੇਟ ਇੰਡਸਟਰੀ ਦੇ ਹਿੱਤ ਦੇ ਵਿੱਚ ਕੰਮ ਕਰ ਸਕਦਾ ਹੈ, ਕਿਹੜੇ ਕੈਂਡੀਡੇਟ ਨੂੰ ਤਜਰਬਾ ਹੈ, ਕਿਹੜਾ ਕੈਂਡੀਡੇਟ ਉਪਲਬਧ ਹੋਏਗਾ ਮੈਂਬਰਾਂ ਨੂੰ ਅਗਰ ਕੋਈ ਕੰਮ ਪੈਂਦਾ, ਜ਼ਰੂਰਤ ਪੈਂਦੀ ਹੈ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਹੀ ਆਪਣੇ ਮਤ ਦਾ ਪ੍ਰਯੋਗ ਕਰਨ, ਅਧਿਕਾਰ ਦਾ ਪ੍ਰਯੋਗ ਕਰਨ। ਕਿਸੇ ਵੀ ਭਰਮ ਦੇ ਵਿੱਚ, ਕਿਸੇ ਵੀ ਭੁਲਾਵੇ 'ਚ, ਕਿਸੇ ਦੇ ਵੀ ਅਖਾਵੇ ਦੇ ਵਿੱਚ ਆ ਕੇ ਆਪਣੇ ਮਤ ਦਾ ਪ੍ਰਯੋਗ ਨਾ ਕਰਨ। ਤੋਲ ਮੋਲ ਕੇ ਪੂਰਾ ਬੈਲੈਂਸ ਕਰਕੇ ਕਿ ਉਹਨਾਂ ਦੇ ਹਿੱਤ 'ਚ, ਇੰਡਸਟਰੀ ਦੇ ਹਿੱਤ ਦੇ ਵਿੱਚ, ਐਸੋਸੀਏਸ਼ਨ ਦੇ ਹਿੱਤ ਦੇ ਵਿੱਚ ਕਿਹੜੇ ਕੈਂਡੀਡੇਟ ਸਹੀ ਸਾਬਤ ਹੋ ਸਕਦੇ ਨੇ, ਉਹ ਸੋਚ ਕੇ ਦੇਖ ਕੇ ਹੀ ਆਪਣੀ ਵੋਟ ਪਾਈ ਦਾ ਇਸਤੇਮਾਲ ਕਰਨ, ਵੋਟ ਦਾ ਹੱਕ ਦਾ ਇਸਤੇਮਾਲ ਕਰਨ। ਇਸ ਤੋਂ ਸਰ ਤੁਹਾਡਾ ਕੀ ਕਹਿਣ ਦਾ ਮਤਲਬ ਕੀ ਹੈ? ਤੁਸੀਂ ਵੀ ਇੱਕ ਟੀਮ ਨੂੰ ਪੂਰਾ ਸਪੋਰਟ ਕਰ ਰਹੇ ਹੋ, ਤੁਸੀਂ ਸਿੱਧਾ ਕਹਿਣਾ ਚਾਹੁੰਦੇ ਹੋ ਕਿਤੇ ਕਿ ਤੁਹਾਡੀ ਟੀਮ ਸਹੀ ਹੈ, ਉਹਨਾਂ ਨੂੰ ਹੀ ਸਪੋਰਟ ਕਰਨ? ਹਾਂਜੀ, ਬਿਲਕੁਲ। ਮੈਂ ਸੰਦੀਪ ਸ਼ਰਮਾ ਜੀ ਇਹੀ ਕਹਿਣਾ ਚਾਹੁੰਦਾ ਕਿ ਜੇ ਮੈਂ ਇੱਕ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਦੀ ਗੱਲ ਕਰੀਏ ਤਾਂ ਜਿਹੜਾ
DS ਚਾਵਲਾ ਜੀ ਇੱਕ ਪ੍ਰਧਾਨ ਦੇ ਪੋਸਟ ਦੇ ਉੱਤੇ ਕੰਟੈਸਟ ਕਰ ਰਹੇ ਨੇ ਤੇ ਇੱਕ ਮਿਸਟਰ ਭੋਗਲ ਕੰਟੈਸਟ ਕਰ ਰਹੇ ਨੇ। ਜੇ ਅਸੀਂ ਇਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਇੱਕ ਤਾਂ DS ਚਾਵਲਾ ਜੀ ਨੂੰ ਕਾਫੀ ਅੱਛਾ ਤਜਰਬਾ ਹੈਗਾ ਇੰਡਸਟਰੀ ਨੂੰ ਲੀਡ ਕਰਨ ਦਾ, ਇੰਡਸਟਰੀ ਨੂੰ ਰਿਪਰੈਜ਼ੈਂਟ ਕਰਨ ਦਾ, ਮੈਂਬਰਾਂ ਦੇ ਕੰਮ ਕਰਵਾਉਣ ਦਾ। ਉਹਦੇ ਸਾਹਮਣੇ ਅਸੀਂ ਅਗਰ ਭੋਗਲ ਸਾਹਿਬ ਨੂੰ ਦੇਖਦੇ ਹਾਂ ਤਾਂ ਉਹਨਾਂ ਨੂੰ ਇਹਦੇ ਬਾਰੇ ਕੋਈ ਵੀ ਐਕਸਪੀਰੀਅੰਸ ਨਹੀਂ, ਉਹਨਾਂ ਨੇ ਕਦੀ ਵੀ ਕੋਈ ਵੀ ਪੋਸਟ ਦੇ ਉੱਤੇ ਕੰਮ ਨਹੀਂ ਕੀਤਾ ਹੋਇਆ। ਪਰ ਸਰ ਸਾਡੀ ਗੱਲ ਹੋਈ ਸੀਗੀ, ਭੋਗਲ ਸਾਹਿਬ ਨੇ ਸਾਨੂੰ ਦੱਸਿਆ ਕਿ ਉਹ ਵਿਦਆਊਟ ਪੋਸਟ ਹੀ ਅੱਜ ਤੱਕ ਸੇਵਾ ਕਰਦੇ ਰਹੇ ਆ ਪਿਛਲੇ ਇੱਕ ਟੈਨਿਓਰ ਨੂੰ ਛੱਡ ਕੇ। ਉਸ ਤੋਂ ਪਹਿਲਾਂ ਤੱਕ ਹਰ ਐਸੋਸੀਏਸ਼ਨ ਦੇ ਜਿਹੜੇ ਵੀ ਪ੍ਰੈਜ਼ੀਡੈਂਟ ਰਹੇ ਆ, ਜਿਹੜੀ ਵੀ ਟੀਮ ਰਹੀ ਆ, ਉਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਬਿਨਾਂ ਕਿਸੇ ਡੈਜ਼ਿਗਨੇਸ਼ਨ ਦੇ ਕਹਿੰਦੇ ਅਸੀਂ ਪੂਰੀ ਲੜਾਈ ਵੀ ਲੜੀ ਹੈ, ਇੰਡਸਟਰੀ ਲਈ ਹਰ ਮੀਟਿੰਗ 'ਚ ਵੀ ਰਹੇ ਆ ਔਰ ਸਾਰੀਆਂ ਗੱਲਾਂ ਕੀਤੀਆਂ। ਔਰ ਤੁਹਾਨੂੰ ਯਾਦ ਕਰਾ ਦਈਏ ਕਿ ਇਹ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਇਸ ਐਸੋਸੀਏਸ਼ਨ 'ਚ ਮੋਢਲੀ ਮੈਂਬਰ ਰਹੇ ਹੈ, ਬਹੁਤ ਸਾਰਾ ਉਹਨਾਂ ਨੇ ਕੰਮ ਕੀਤਾ। ਇੱਕ ਇਸ ਐਸੋਸੀਏਸ਼ਨ ਨੂੰ ਜਿੱਦਾਂ ਤੁਹਾਡੇ ਫਾਦਰ ਸਾਹਿਬ ਨੇ ਇੱਕ ਰੁਤਬਾ ਦਵਾਇਆ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਵੀ ਫਾਦਰ ਸਾਹਿਬ ਨੇ ਇੱਕ ਅੱਛਾ ਕੰਮ ਕੀਤਾ। ਸੋ ਇਹ ਉਹੀ ਲੈਗੇਸੀ ਹੈਗੀ ਹੈ। ਜਿੱਥੋਂ ਤੱਕ ਤਾਂ ਗੱਲ ਉਹਨਾਂ ਦੇ ਫਾਦਰ ਸਾਹਿਬ ਦੀ ਹੈ ਤਾਂ ਮੈਨੂੰ ਬਹੁਤ ਭਲੀ ਭਾਂਤੀ ਅੱਛੀ ਤਰ੍ਹਾਂ ਮਾਲੂਮ ਹੈ, ਕਿਉਂਕਿ ਮੇਰੇ ਪਿਤਾ ਜੀ ਨੇ ਔਰ ਭੋਗਲ ਸਾਹਿਬ ਨੇ, MS ਭੋਗਲ ਅੰਕਲ ਨੇ, ਕੁਲਾਰ ਸਾਹਿਬ ਨੇ, ਅਜੀਤ ਸਿੰਘ ਕੁਲਾਰ ਜੀ, ਜਿਨ੍ਹਾਂ ਦੇ ਸਾਰਿਆਂ ਦਾ ਮੈਂ ਬਹੁਤ ਹੀ ਸਤਿਕਾਰ ਕਰਦਾ ਹੈ, ਅੱਜ ਵੀ ਕਰਦਾ ਰਹਾਂਗਾ, ਔਰ ਬੜੇ BK ਸੇਠ ਜੀ, ਇਹ ਸਾਰਿਆਂ ਨੇ ਮਿਲ ਕੇ ਹੀ ਕੰਮ ਕੀਤਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਭੋਗਲ ਸਾਹਿਬ ਦੀ ਇੰਡਸਟਰੀ ਨੂੰ ਦੇਣ ਹੈ, ਉਹਨੂੰ ਅਸੀਂ ਇਨਕਾਰ ਨਹੀਂ ਕਰਦੇ, ਉਹਦੀ ਅਸੀਂ ਸ਼ਲਾਘਾ ਕਰਦੇ ਹਾਂ, ਉਹਨੂੰ ਅਸੀਂ ਐਡਮਿਟ ਕਰਦੇ ਹਾਂ। ਮੈਂ ਗੱਲ ਕਰ ਰਿਹਾ ਕਿ ਅਵਤਾਰ ਸਿੰਘ ਭੋਗਲ ਜੀ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਇੰਡਸਟਰੀ ਨੂੰ, ਉਹਨਾਂ ਨੇ ਕਦੀ ਰਿਪਰੈਜ਼ੈਂਟ ਨਹੀਂ ਕੀਤਾ, ਕਦੀ ਉਹ ਕਿਸੇ ਦਫ਼ਤਰਾਂ 'ਚ ਨਹੀਂ ਗਏ, ਕਦੀ ਉਹਨਾਂ ਨੇ ਕੋਈ ਮੈਂਬਰਾਂ ਦੇ ਕੰਮ ਨਹੀਂ ਕਰਾਏ ਜਾ ਕੇ ਦਫ਼ਤਰਾਂ ਦੇ ਵਿੱਚ, ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈ। ਜੇ ਕੈਂਡੀਡੇਟ ਆਉਂਦਾ ਉਹ ਪਹਿਲਾਂ ਕਿਤੇ 2 ਸਾਲ, 1 ਟਰਮ 2 ਟਰਮ ਕਿਸੇ ਹੋਰ ਪੋਸਟ 'ਤੇ ਕੰਮ ਕੀਤਾ ਹੋਵੇ, ਫਿਰ ਉਹ ਪ੍ਰੈਜ਼ੀਡੈਂਟ ਦੀ ਪੋਸਟ 'ਤੇ ਆਉਂਦਾ ਤਾਂ ਉਹਨੂੰ ਕੁਛ ਐਕਸਪੀਰੀਅੰਸ ਹੋ ਜਾਂਦਾ ਹੈ। ਜਿਹੜਾ ਬਾਹਰੋਂ ਬੈਠ ਕੇ ਉਹਨਾਂ ਨੇ ਜਿਹੜਾ ਉਹ ਕਲੇਮ ਕਰਦੇ ਨੇ, ਮੈਨੂੰ ਨਹੀਂ ਪਤਾ, ਮੈਂ ਵੀ ਕਾਫੀ ਐਕਟਿਵ ਰਹਿੰਦਾ, ਮੈਂ ਤਾਂ ਦੇਖਿਆ ਨਹੀਂ ਉਹਨਾਂ ਨੂੰ। ਯੈਸ, ਉਹ ਆਪਣੀ ਇੱਕ ਚੌਧਰਾਹਟ ਜ਼ਰੂਰ ਰੱਖਦੇ ਨੇ ਕਿ ਵੀ ਮੇਰਾ ਚਿਹਰਾ ਹਰ ਸਮੇਂ ਸਾਹਮਣੇ ਹੋਵੇ, ਕੰਮ ਕੀ ਕੀਤਾ, ਡਿਬੇਟ ਕਰਾ ਦਿਓ ਉਹਨਾਂ ਨਾਲ, ਆਮਣੇ ਸਾਹਮਣੇ ਬਿਠਾ ਦਿਓ ਸੰਦੀਪ ਜੀ, ਤੇ ਆਪਾਂ ਡਿਬੇਟ ਕਰ ਲੈਂਦੇ ਹਾਂ, ਮੈਂ ਪੁੱਛ ਲਾਂਗਾ, ਉਹ ਜਵਾਬ ਦੇ ਦੇਣਗੇ ਕੀ ਕੰਮ ਕੀਤਾ, ਮੈਂਬਰਾਂ ਨੂੰ ਵੀ ਪਤਾ ਲੱਗ ਜਾਊਗਾ। ਬਾਤ ਕਰੀਏ ਤਾਂ ਚਾਵਲਾ ਸਾਹਿਬ ਵੀ ਸ਼ਾਇਦ 5ਵੀਂ ਵਾਰ ਲਈ ਨੋਮੀਨੇਟ ਕਰ ਰਹੇ ਹੈ। ਪਹਿਲੇ 4 ਵਾਰ 'ਚ ਕਿਹੜੇ ਉਹਨਾਂ ਕੋਲ ਵਿਜ਼ਨ ਨਹੀਂ ਸੀ, ਕਿਹੜੇ ਕੰਮ ਨਹੀਂ ਕਰ ਪਾਏ ਜਿਹੜਾ ਹੁਣ ਉਹ 5ਵੀਂ ਵਾਰ 'ਚ ਖੜਨਾ ਚਾਹੁੰਦੇ। ਲੋਕੀ ਤਾਂ ਇਹ ਵੀ ਕਹਿੰਦੇ ਮੈਂਬਰ ਜਾਂ ਆਪੋਜੀਸ਼ਨ ਗਰੁੱਪ ਕਿ ਸ਼ਾਇਦ ਚਾਵਲਾ ਸਾਹਿਬ ਇੱਕ ਮਹੱਤਵਾਕਾਂਸ਼ੀ ਹੈ, ਉਹ ਸੋਚਦੇ ਕਿ ਜਦ ਤੱਕ ਮੈਂ ਰਵਾਂ ਮੈਂ ਹੀ ਪ੍ਰਧਾਨ ਬਣਾ, ਹੋਰ ਕੋਈ ਬੰਦਾ ਹੀ ਨਹੀਂ ਚਾਹੀਦਾ। ਐਸੀ ਗੱਲ ਨਹੀਂ ਹੈ, ਕਾਫੀ ਲੰਬੇ ਬ੍ਰੇਕ ਆਏ ਨੇ ਚਾਵਲਾ ਜੀ ਦੇ ਟੈਨਿਓਰ ਦੇ ਵਿੱਚ। ਜਦੋਂ ਪ੍ਰੈਜ਼ੀਡੈਂਟ ਰਹੇ ਤੇ ਦੁਬਾਰਾ ਜਦੋਂ ਪ੍ਰੈਜ਼ੀਡੈਂਟ ਬਣੇ, ਉਹਦੇ ਵਿੱਚ ਬੜਾ ਲੰਬਾ ਗੈਪ ਆਇਆ। ਔਰ ਜੇ ਅਸੀਂ ਗੱਲ ਕਰੀਏ ਐਸੋਸੀਏਸ਼ਨ ਦੀ ਸਾਖ ਦੀ, ਤਾਂ ਉਸ ਦੌਰਾਨ 'ਚ ਐਸੋਸੀਏਸ਼ਨ ਦੀ ਸਾਖ ਗਿਰੀ ਹੈ, ਐਸੋਸੀਏਸ਼ਨਾਂ ਦੇ ਮੈਂਬਰਾਂ ਦੀ ਸੰਖਿਆ ਘਟੀ ਹੈ। ਜੇ ਉਦੋਂ ਬਾਅਦ ਜਦੋਂ ਭੋਗਲ ਸਾਹਿਬ ਕਲੇਮ ਕਰਦੇ ਨੇ ਕਿ ਉਹਨਾਂ ਨੇ ਬੜਾ ਕੰਮ ਕੀਤਾ ਹੈ, ਜੇ ਉਹਨਾਂ ਦਾ ਕੰਮ ਕੀਤਾ ਹੁੰਦਾ ਤੇ ਮੈਂਬਰਾਂ ਦੀ ਸੰਖਿਆ ਘਟਦੀ ਨਾ। ਜੇ ਉਹ 2400 ਛੱਡ ਕੇ ਗਏ ਸੀ ਚਾਵਲਾ ਜੀ ਤੇ ਅੱਜ 3500 ਹੁੰਦੀ, 4000 ਹੁੰਦੀ, ਲੇਕਿਨ ਉਹ ਘਟ ਕੇ 1668 ਰਹਿ ਗਈ ਅੱਜ ਆਪਣੀ ਵੈਲਿਡ ਵੋਟਰ ਲਿਸਟ ਦੇ ਮੁਤਾਬਕ। ਦੇਖੋ, ਕਲੇਮ ਕਰਨਾ ਬਹੁਤ ਆਸਾਨ ਹੈ, ਪ੍ਰੈਕਟੀਕਲੀ ਉਹਨੂੰ ਪ੍ਰੂਵ ਕਰਨ ਕਿ ਉਹਨਾਂ ਨੇ ਕੀ ਕੰਮ ਕੀਤਾ ਹੈ, ਉਹ ਦੱਸਣ ਮੈਂਬਰਾਂ ਨੂੰ, ਪਬਲਿਕ ਨੂੰ ਦੱਸਣ। ਚਾਵਲਾ ਸਾਹਿਬ ਜਿਹੜਾ ਕਿ ਤੁਸੀਂ ਕੈਂਡੀਡੇਟ ਕਹਿ ਰਹੇ ਹੋ, ਤੁਸੀਂ ਜਿਨ੍ਹਾਂ ਨੂੰ ਪ੍ਰੋਮੀਨੈਂਟ ਕਹਿ ਰਹੇ ਹੋ ਔਰ ਪ੍ਰਬਲ ਦਾਅਵੇਦਾਰ ਕਹਿ ਰਹੇ ਹੋ, ਉਹਨਾਂ 'ਤੇ ਇਹ ਵੀ ਆਰੋਪ ਲੱਗਦੇ ਰਹੇ ਕਿ ਉਹ ਤਾਂ ਹਰ ਟੀਮ ਨਾਲ ਲੜਦੇ ਹੈ, ਜਿਹੜੀ ਵੀ ਟੀਮ ਆਈ ਕਦੀ ਵੀ, ਇਨਕਲੂਡਿੰਗ ਸ਼ਾਇਦ ਹੋ ਸਕਦਾ ਮੈਂ ਗਲਤ ਨਾ ਹੋਵਾਂ, ਤੇ ਜਿੱਥੇ ਤੱਕ ਇਹ ਵੀ ਕਿਹਾ ਕਿ ਖੁਦ ਤੁਹਾਡੇ ਫਾਦਰ ਸਾਹਿਬ ਨਾਲ ਵੀ ਜਦੋਂ ਪਹਿਲੀ ਵਾਰ ਰਹੇ ਸੀ ਤੇ ਫਾਦਰ ਸਾਹਿਬ ਨੇ ਵੀ ਉਹਨਾਂ ਦੇ ਇੱਕ ਵਾਰੀ ਇੱਦਾਂ ਦੇ ਉਹਨਾਂ ਨੇ ਕੋਈ ਚੀਜ਼ ਕੀਤੀ ਸੀ ਕਿ ਤੁਹਾਡੇ ਫਾਦਰ ਸਾਹਿਬ ਨੇ ਵੀ ਇੱਕ ਵਾਰੀ ਉਹਨਾਂ 'ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਸੀ, ਇੱਦਾਂ ਦੀ ਕੋਈ ਗੱਲ ਹੋਈ ਸੀ ਸ਼ਾਇਦ। ਦੇਖੋ, ਮਤਭੇਦ ਹਮੇਸ਼ਾ ਹੁੰਦੇ ਆਏ ਨੇ ਸੰਸਥਾਵਾਂ ਦੇ ਵਿੱਚ, ਇਹਦੇ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ, ਲੇਕਿਨ ਹੱਥ ਚੱਕਣ ਵਾਲੀ ਤਾਂ ਕਦੇ ਨੌਬਤ ਨਹੀਂ ਆਈ, ਨਾ ਮੈਂ ਸੁਣਿਆ ਤੇ ਨਾ ਮੈਨੂੰ ਯਾਦ ਹੈ। ਜੇ ਕੋਈ ਐਸਾ ਇੰਸੀਡੈਂਟ ਹੈਗਾ, ਜੇ ਮੈਨੂੰ ਕੋਈ ਯਾਦ ਕਰਵਾ ਦੇਗਾ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਹੋਊਂਗਾ। ਹਾਂ, ਡਿਫਰੈਂਸਿਸ ਜ਼ਰੂਰ ਹੁੰਦੇ ਨੇ। ਇੱਕ ਸਿਆਣੇ ਬੰਦੇ ਨੇ ਕਿਹਾ, ਜੇ 4 ਬੰਦੇ ਬੈਠੇ ਹੋਣ, ਉਹਨਾਂ ਦੇ ਵਿੱਚ ਕੋਈ ਡਿਫਰੈਂਸ ਆਫ ਓਪੀਨੀਅਨ ਨਾ ਹੋਵੇ ਤਾਂ ਉਹ ਚਾਰੋਂ ਹੀ ਮੂਰਖ ਨੇ। ਡਿਫਰੈਂਸ ਆਫ ਓਪੀਨੀਅਨ ਹੋਣਾ, ਮਤਭੇਦ ਹੋਣਾ ਕੁਝ ਹੋਰ ਹੈ, ਤੇ ਲੜਾਈ ਝਗੜਾ ਕਰਨਾ ਉਹ ਬਿਲਕੁਲ ਡਿਫਰੈਂਟ ਗੱਲ ਹੈ। ਅਸੀਂ ਇੰਡਸਟਰੀ ਦੇ ਨੁਮਾਇੰਦੇ ਹਾਂ,
ਸਾਨੂੰ ਇੱਕ ਪੜ੍ਹੇ ਲਿਖੇ ਲੋਕ ਹੈ, ਸਾਨੂੰ ਇੰਡਸਟਰੀਅਲਿਸਟ ਦੀ ਤਰ੍ਹਾਂ ਹੀ ਬਿਹੇਵ ਕਰਨਾ ਚਾਹੀਦਾ ਹੈ। ਸਾਡੀ ਇੱਕ ਐਸੋਸੀਏਸ਼ਨ ਦੀ ਸਾਖ ਹੈ, ਜਿਵੇਂ ਤੁਸੀਂ ਗੱਲ ਕਰਦੇ ਹੋ। ਮੇਰੇ ਫਾਦਰ ਸਾਹਿਬ ਨੇ ਬਹੁਤ ਲੰਬਾ ਸਮਾਂ ਇੰਡਸਟਰੀ ਦੀ ਸੇਵਾ ਕੀਤੀ ਹੈ, ਲੀਡ ਕੀਤਾ, ਰਿਪਰੈਜ਼ੈਂਟ ਕੀਤਾ ਹੈ। ਤਾਂ ਉਸ ਸਮੇਂ ਦੇ ਉੱਤੇ ਐਸੋਸੀਏਸ਼ਨ ਦੀ ਰਿਪਰੈਜ਼ੈਂਟੇਸ਼ਨ ਸੀਗੀ ਪੂਰੀ ਸਟੇਟ ਗੌਰਮੈਂਟ ਤੇ ਸੈਂਟਰਲ ਗੌਰਮੈਂਟ ਦੇ ਵੱਖ-ਵੱਖ ਡਿਪਾਰਟਮੈਂਟਾਂ 'ਚ। ਫਾਰ ਐਗਜ਼ਾਮਪਲ ਸਟੀਲ ਕੰਜ਼ਿਊਮਰ ਕਾਉਂਸਲ, BIS ਬਿਊਰੋ ਆਫ ਇੰਡੀਅਨ ਸਟੈਂਡਰਡਸ, ਮਤਲਬ ਕਿਹੜੀ ਕਮੇਟੀ ਨਹੀਂ ਸੀ ਜਿਹਦੇ ਵਿੱਚ ਰਿਪਰੈਜ਼ੈਂਟੇਸ਼ਨ ਨਹੀਂ ਸੀਗੀ। ਲੇਕਿਨ ਅੱਜ ਕਮਜ਼ੋਰ ਪ੍ਰਧਾਨ ਆਉਂਦੇ ਰਹੇ, ਉਹਨਾਂ ਨੇ ਉਹ ਨਹੀਂ ਪੈਰਵਾਈ ਕੀਤੀ ਤੇ ਸਾਡੀ ਰਿਪਰੈਜ਼ੈਂਟੇਸ਼ਨ ਘਟਦੀ ਚਲੀ ਗਈ। ਇੱਕ ਸਮਾਂ ਸੀ ਜਦੋਂ ਪਾਲਿਸੀ ਬਣਾਉਣ ਤੋਂ ਪਹਿਲਾਂ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਵਿਚਾਰ ਮੰਗੇ ਜਾਂਦੇ ਸੀਗੇ, ਉਹਨਾਂ ਦੇ ਵਿਊਜ਼ ਲਏ ਜਾਂਦੇ ਸੀ, ਓਪੀਨੀਅਨ ਲਈ ਜਾਂਦੀ ਸੀ ਕਿ ਤੁਹਾਡੀ ਇੰਡਸਟਰੀ ਨੂੰ ਕੀ ਚਾਹੀਦਾ, ਕੀ ਡਿਮਾਂਡ ਹੈ, ਤੁਹਾਨੂੰ ਕੀ ਸੂਟ ਕਰਦਾ, ਅਸੀਂ ਉਹਦੇ ਮੁਤਾਬਕ ਦਈਏ। ਲੇਕਿਨ ਅੱਜ ਉਹ ਸਮਾਂ ਨਿਕਲ ਚੁੱਕਿਆ ਹੈ। ਸਾਨੂੰ ਜ਼ਰੂਰਤ ਹੈਗੀ ਹੈ ਕਿ ਅਸੀਂ ਉਸ ਸਮੇਂ ਨੂੰ ਵਾਪਸ ਲਿਆਈਏ, ਵਾਪਸ ਮੋੜ ਕੇ ਲਿਆਈਏ। ਜਿਹੜੀ ਤੁਸੀਂ ਗੱਲ ਕਹੀ ਮਤਭੇਦਾਂ ਦੀ ਸੰਦੀਪ ਸ਼ਰਮਾ ਜੀ, ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ। ਸ਼ਾਇਦ ਤੁਸੀਂ ਵੀ ਮੈਨੇਜਿੰਗ ਕਮੇਟੀ ਦੀ ਮੀਟਿੰਗ 'ਚ ਮੌਜੂਦ ਸੀਗੇ ਤੇ ਉੱਥੇ ਇੱਕ ਸਾਡੇ ਸਾਥੀ ਨੇ ਸੁਝਾਅ ਦਿੱਤਾ ਸੀ ਕਿ ਇੱਕ ਸੀਟ ਦਾ ਇਲੈਕਸ਼ਨ ਹੋਣਾ ਚਾਹੀਦਾ, ਬਾਕੀ ਦੀਆਂ ਸੀਟਾਂ ਨੋਮੀਨੇਟ ਕਰੇ, ਜਿਵੇਂ ਕਿ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਹੀ ਹੋ ਰਿਹਾ ਹੈ। ਤੇ ਉਹ ਐਸੋਸੀਏਸ਼ਨਾਂ ਦੀ ਵਰਕਿੰਗ ਠੀਕ ਚੱਲਦੀ ਹੈ। ਜਦੋਂ ਅਲੱਗ-ਅਲੱਗ ਗਰੁੱਪਾਂ ਤੋਂ ਮੈਂਬਰ ਚੁਣ ਕੇ ਆ ਜਾਂਦੇ, ਫਿਰ ਉਹ ਆਪਣੀ ਰਾਜਨੀਤੀ ਕਰਨ ਲੱਗ ਜਾਂਦੇ। ਜਿਹੜੇ ਉਹਨਾਂ ਦੇ ਪਿੱਛੇ ਚਲਾਉਣ ਵਾਲੇ, ਰਿਮੋਟ ਕੰਟਰੋਲ ਨਾਲ ਚਲਾਉਣ ਵਾਲੇ ਹੁੰਦੇ ਆ ਸੀਨੀਅਰਸ, ਤਾਂ ਉਹ ਫਿਰ ਕੰਮ ਨਹੀਂ ਕਰਨ ਦਿੰਦੇ, ਉਹ ਲੜਾਈ ਹੋਈ ਪਈ ਰਹਿੰਦੀ ਹੈ। ਇਹਦਾ ਸੋਲਿਊਸ਼ਨ ਇੱਕੋ ਹੀ ਹੈਗਾ। ਮੈਂ ਮੈਂਬਰਾਂ ਨੂੰ ਵੀ ਅਪੀਲ ਕਰੂੰਗਾ ਕਿ ਇਹਦੇ ਉੱਤੇ ਵਿਚਾਰ ਕਰੋ ਕਿ ਇਸ ਵਾਰ ਤਾਂ ਨਹੀਂ, ਲੇਕਿਨ ਅਗਲੀ ਟਰਮ ਦੇ ਵਿੱਚ ਜ਼ਰੂਰ ਸਿਰਫ ਇੱਕ ਚੋਣ ਕਰਾਈ ਜਾਵੇ, ਇੱਕ ਸ਼ਖਸੀਅਤ ਦੀ, ਔਰ ਉਹ ਪ੍ਰਧਾਨ ਦੀ ਹੋਵੇ। ਬਾਕੀ ਦੇ ਚਾਹੇ ਕੋਈ ਵੀ ਚੁਣਿਆ ਜਾਵੇ, ਬਾਕੀ ਦੇ ਉਹ ਆਪਣੇ ਨੋਮੀਨੇਟ ਕਰੇ ਟੀਮ, ਤਾਂ ਕਿ ਕੋਆਰਡੀਨੇਸ਼ਨ ਦੇ ਨਾਲ, ਅੱਛੀ ਕੋਆਰਡੀਨੇਸ਼ਨ ਦੇ ਨਾਲ ਕੰਮ ਕੀਤਾ ਜਾ ਸਕੇ। ਰਹਿ ਗਈ ਗੱਲ ਤੁਲਨਾ ਦੀ, ਮੈਂ ਕਰ ਰਿਹਾ ਸੀਗਾ। ਇਹ ਸਾਰਿਆਂ ਨੂੰ ਪਤਾ ਹੈ ਕਿ DS ਚਾਵਲਾ ਜੀ ਮੈਂਬਰਾਂ ਨੂੰ ਉਪਲਬਧ ਨੇ, ਜਦੋਂ ਮਰਜ਼ੀ ਜਾਓ ਉਹਨਾਂ ਦੇ ਦਫ਼ਤਰ 'ਚ ਤੇ ਮਿਲ ਲਓ। ਇਹ ਪ੍ਰੋਬਲਮ ਭੋਗਲ ਸਾਹਿਬ ਦੇ ਨਾਲ ਹੈਗੀ ਹੈ ਕਿ ਉਹਨਾਂ ਦੀ ਅਸੈਸਿਬਿਲਟੀ ਨਹੀਂ ਹੈਗੀ, ਉਹਨਾਂ ਦਾ ਸੰਪਰਕ ਨਹੀਂ ਹੈਗਾ ਮੈਂਬਰਾਂ ਨਾਲ। ਔਰ ਜਿਹੜੇ ਸਾਡੇ ਲਘੂ, ਅਤੀ ਲਘੂ, ਮਾਈਕਰੋ, ਸੂਖਸ਼ਮ ਜਿਹੜਾ ਉਦਯੋਗ ਹੈ, ਉਹ ਤਾਂ ਵਿਚਾਰੇ ਕੰਟੈਕਟ ਵੀ ਨਹੀਂ ਕਰ ਪਾਉਣਗੇ, ਉਹਨਾਂ ਨੂੰ ਮਿਲ ਵੀ ਨਹੀਂ ਪਾਉਣਗੇ, ਉਹਨਾਂ ਨੂੰ ਉਪਲਬਧ ਹੀ ਨਹੀਂ ਹੋ ਪਾਉਣਗੇ ਭੋਗਲ ਸਾਹਿਬ, ਤੇ ਉਹ ਕੰਮ ਤਾਂ ਕਿੱਥੋਂ ਹੀ ਕਰਵਾਉਣਗੇ। ਇਸ ਕਰਕੇ ਮੈਂਬਰਾਂ ਨੂੰ ਮੈਂ ਬੇਨਤੀ ਕਰੂੰਗਾ, ਜਿਹੜਾ ਤੁਹਾਨੂੰ ਉਪਲਬਧ ਹੋਵੇ, ਜਿਹੜਾ ਤੁਹਾਡੀ ਰਿਪਰੈਜ਼ੈਂਟੇਸ਼ਨ ਕਰ ਸਕੇ, ਜਿਹੜਾ ਨੁਮਾਇੰਦਗੀ ਕਰ ਸਕੇ। ਇਹ 2 ਕੈਂਡੀਡੇਟਾਂ ਦੇ ਵਿੱਚੋਂ ਉਹ ਸਾਰੀਆਂ ਕੁਆਲੀਫਿਕੇਸ਼ਨਸ ਨੂੰ ਕੁਆਲੀਫਾਈ ਅਗਰ ਕਰਦੇ ਨੇ ਤਾਂ DS ਚਾਵਲਾ ਜੀ ਕਰਦੇ ਨੇ। ਇਸ ਕਰਕੇ ਮੈਂ ਸਾਰੇ ਮੈਂਬਰਾਂ ਨੂੰ, ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਕਿ ਚਾਵਲਾ ਜੀ ਦੀ ਪੂਰੀ ਟੀਮ ਨੂੰ ਜਿਤਾ ਕੇ ਉਹਨਾਂ ਨੂੰ ਕਾਮਯਾਬ ਕਰੋ, ਤਾਂ ਕਿ ਉਹ ਤੁਹਾਡੀ ਸੇਵਾ ਕਰ ਸਕਣ। ਥੈਂਕ ਯੂ ਸਰ, ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗੇ ਰਾਜਨ ਗੁਪਤਾ ਜੀ, ਜਿਹੜੇ ਕਿ ਇੱਕ ਪ੍ਰੋਮੀਨੈਂਟ ਮੈਂਬਰ ਹੈਗੇ ਆ UCPMA ਦੇ। ਸੋ ਇਹਨਾਂ ਨੇ ਜੋ ਵੀ ਸੁਝਾਅ ਦਿੱਤੇ, ਉਹ ਇਹਨਾਂ ਦੇ ਆਪਣੇ ਨਿੱਜੀ ਸੁਝਾਅ ਸੀਗੇ। ਸੋ ਇਹਨਾਂ ਨੇ ਜੋ ਵੀ ਅਪੀਲ ਕੀਤੀ ਮੈਂਬਰਾਂ ਨੂੰ ਕੀਤੀ। ਸੋ ਮੈਂਬਰਾਂ ਦਾ ਪੂਰਾ ਅਧਿਕਾਰ ਹੈ ਕਿ ਉਹ ਸੋਚ ਸਮਝ ਕੇ, ਜਿੱਦਾਂ ਕਿ ਇਹਨਾਂ ਨੇ ਵੀ ਕਿਹਾ ਕਿ ਜੋ ਵੀ ਵੋਟਿੰਗ ਕਰੋ, ਸੋਚ ਸਮਝ ਕੇ ਕਰੋ, ਕਿਉਂਕਿ ਵੋਟਿੰਗ ਦਾ ਜਿਹੜਾ ਰਾਈਟ ਹੈ ਉਹ ਬੜਾ ਇੰਪੋਰਟੈਂਟ ਰਾਈਟ ਹੈ। ਜਿਹੜੀ ਵੀ ਟੀਮ ਨੂੰ ਤੁਸੀਂ ਚੁਣੋਗੇ, ਉਹ ਅਗਲੇ 2 ਸਾਲ ਲਈ ਇੰਡਸਟਰੀ ਦੇ ਭਵਿੱਖ ਦਾ ਜਿਹੜਾ ਹੈਗਾ ਫੈਸਲਾ ਉਹਦੇ ਹੱਥ 'ਚ ਰਹੇਗਾ, ਔਰ ਦਾਰੋਮਦਾਰ ਸਾਰੀ ਉਹਨਾਂ ਦੇ ਹੱਥ 'ਚ ਰਹੇਗੀ। ਸੋ देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।